अस्सलाम वालेकुम। मैं ਤੁਹਾਡਾ ਲੱਕੀ ਭਾਈ ਆਪਣੀ ਹਿਆਦੀ ਚੈਨਲ ਤੋਂ ਤੁਹਾਡਾ ਗੱਲ ਕਰ ਰਿਹਾ। ਅੱਜ ਦਾ ਜਿਹੜਾ ਵਾਕਿਆ ਭਾਈ ਸਾਡਾ ਨਾ ਈਦ ਤੋਂ ਤੀਸਰੇ ਦਿਨ ਪੇਸ਼ ਆਇਆ ਸੀ। ਮੈਨੂੰ ਨਾ ਭਾਈ ਮੇਰੇ ਦਾ ਫੋਨ ਆਇਆ, ਭਾਈ ਗੋਹਰ ਦਾ ਫੋਨ ਆਇਆ ਈਦ ਤੋਂ ਤੀਸਰੇ ਦਿਨ। ਕਹਿੰਦਾ ਕਿ ਨਾ ਇੱਕ ਫੇਰਾ ਆਇਆ ਵਾ ਚੂਜ਼ੇ ਦਾ, ਛੱਡ ਕੇ ਆਉਣਾ ਵਾ ਤੇ ਛੱਡ ਕੇ ਆਉਣਾ, ਕਿੱਦਾਂ ਜਾਣਾ ਕਿ ਨਹੀਂ। ਮੈਂ ਭਾਈ ਨੂੰ ਕਿਹਾ, ਮੈਂ ਕਿਹਾ ਭਾਈ ਜਾਣਾ। ਭਾਈ ਕਹਿੰਦਾ ਕਿ ਯਾਰ ਉਹ ਉਸ ਹੈਚਰੀ ਵਾਲਿਆਂ ਤੋਂ ਫੋਨ ਆਇਆ ਵਾ ਜਿਹੜੇ ਮਤਲਬ ਕਦੀ ਕਿਤੇ ਕਿਤੇ ਕੋਈ ਫੇਰਾ ਦਿੰਦੇ ਆ, ਬਹੁਤ ਘੱਟ। ਮੈਂ ਨਾਮ ਲੈਣਾ ਨਹੀਂ ਪਸੰਦ ਕਰਦਾ ਕਿਉਂਕਿ ਨਾਮ ਵਿੱਚ ਫਿਰ ਮਸਲੇ ਮਸਾਇਲ ਕਾਫੀ ਬਣ ਜਾਂਦੇ। ਸਾਨੂੰ ਤਾਂ ਭਾਈ ਨੇ ਕਿਹਾ ਕਿ ਉਹ ਨਾ ਫੇਰਾ ਕਦੀ ਆ ਦਿੰਦੇ, ਲੇਕਿਨ ਹੁਣ ਤਕਰੀਬਨ ਮਹੀਨਾ ਡੇਢ ਮਹੀਨੇ 'ਚ ਉਹਨਾਂ ਫੇਰਾ ਕੋਈ ਨਹੀਂ ਸੀ ਦਿੱਤਾ ਸਾਨੂੰ। ਅਤੇ ਇਸ ਵਾਸਤੇ ਕਿ ਉਹਨਾਂ ਨੇ ਫੋਨ ਕੀਤਾ ਈਦ ਦਾ ਤੀਸਰਾ ਦਿਨ 'ਚ ਰਹਿਣ ਦਿੰਦੇ। ਮੈਂ ਕਿਹਾ ਨਹੀਂ ਭਾਈ, ਜਾਣਾ ਜਾਣਾ। ਅਤੇ ਉਹ ਭਾਈ ਨੂੰ ਕਿਹਾ, ਭਾਈ ਉਹਨੇ ਕਿਹਾ ਚਲ ਚੱਲੀਏ। ਫਿਰ ਅਸੀਂ ਉੱਥੋਂ ਚੱਲ ਪਏ, ਚੂਜ਼ਾ ਲੋਡ ਕੀਤਾ। ਚੂਜ਼ਾ ਲੋਡ ਕਰਕੇ ਭਾਈ ਅਸੀਂ ਚੱਲ ਗਏ ਅਤੇ ਤਕਰੀਬਨ ਅਸੀਂ ਅਜੇ ਸ਼ਖੂਪੁਰੇ ਦੇ ਕੋਲ ਸ਼ਖੂਪੁਰੇ ਦੇ ਕੋਲ ਅਸੀਂ ਪਹੁੰਚੇ ਅਤੇ ਸਾਡੀ ਨਾ ਗੱਡੀ ਨਾਲ ਮਿਸਿੰਗ ਕਰਨ ਲੱਗ ਪਈ। ਮਿਸਿੰਗ ਵੀ ਕਾਫੀ ਜ਼ਿਆਦਾ ਕਰਨ ਲੱਗ ਪਈ ਕਿ ਮਿਸਿੰਗ ਜਦੋਂ ਕਰ ਰਹੀ ਸੀ ਅਤੇ ਭਾਈ ਨੇ ਨਾ ਮੇਰੇ ਵੱਲ ਨਾ ਬੜਾ ਗੁੱਸੇ ਨਾਲ ਜਗਾ ਕੇ ਵੇਖਿਆ, ਗੁੱਸੇ ਨਾਲ ਵੇਖਿਆ ਕਿ ਤੂੰ ਹੀ ਕਿਹਾ ਸੀ ਫੇਰੇ ਦਾ। ਯਾਨੀ ਕਿ ਕਿਹਾ ਤਾਂ ਉਹਨੇ ਮੈਨੂੰ ਕੋਈ ਨਹੀਂ, ਲੇਕਿਨ ਮੈਨੂੰ ਸਮਝਾ ਦਿੱਤਾ ਕਿ ਭਾਈ ਫੇਰੇ ਦਾ ਤੂੰ ਹੀ ਕਿਹਾ ਸੀ। ਸਮਝ ਮੈਨੂੰ ਲੱਗ ਗਈ ਕਿ ਭਾਈ ਹੁਣ ਗੁੱਸੇ ਨਾਲ ਦੇਖਦਾ, ਕਿਉਂਕਿ ਈਦ ਦਾ ਦਿਨ ਵਾ ਅਤੇ ਇੱਥੇ ਕਿਤੇ ਹੋਣੀਆਂ ਵਾਲੀਆਂ ਮਤਲਬ ਕਿ ਨਾ ਵਰਕਸ਼ਾਪਾਂ ਖੁੱਲ੍ਹੀਆਂ ਹੋਣੀਆਂ, ਨਾ ਮਤਲਬ ਕਿ ਕੋਈ ਮਤਲਬ ਕਿ ਔਜ਼ਾਰ ਵਗੈਰਾ ਮਿਲਣੇ ਕਿ ਦੁਕਾਨ ਤੋਂ ਲੈ ਕੇ ਔਜ਼ਾਰ ਬੰਦਾ ਸੈੱਟ ਕਰ ਲਏ। ਭਾਈ ਜੀ ਫਿਰ ਗੱਡੀ ਦਾ ਬਹੁਤਾ ਹੀ ਜਵਾਬ ਦੇ ਗਈ। ਗੱਡੀ ਜਿਹੜੀ ਮਤਲਬ ਕਿ ਚੱਲਦੀ ਬਹੁਤ ਹੀ ਮਿਸਿੰਗ ਕਰਨ ਲੱਗ ਪਈ। ਦੂਸਰੇ ਭਾਈ ਨੂੰ ਫੋਨ ਕੀਤਾ, ਭਾਈ ਬਿਲਾਲ ਨੂੰ ਫੋਨ ਕੀਤਾ ਭਾਈ ਗੌਹਰ ਨੇ ਕਿ ਭਾਈ ਗੱਡੀ ਲੈ ਕੇ ਆ ਵਾਪਸੀ ਨਾ, ਪਿਛਲੀ ਸਾਈਡ 'ਤੇ ਸਾਡੇ ਆ ਗੱਡੀ ਲੈ ਕੇ, ਅਤੇ ਸਾਡੀ ਗੱਡੀ ਖਰਾਬ ਹੋ ਗਈ ਆ। ਅਤੇ ਭਾਈ ਬਿਲਾਲ ਤਕਰੀਬਨ ਪੌਣੇ ਘੰਟੇ ਬਾਅਦ ਸਾਡੇ ਕੋਲ ਪਹੁੰਚ ਗਏ ਸਪੀਡ। ਠੀਕ ਹੈ ਨਾ। ਭਾਈ ਬਿਲਾਲ ਜਦੋਂ ਪਹੁੰਚੇ ਆ ਅਤੇ ਆਣ ਕੇ ਚੂਜ਼ਾ ਉਸ ਗੱਡੀ ਤੋਂ ਦੂਸਰੀ ਗੱਡੀ 'ਚ ਲੋਡ ਕੀਤਾ। ਅਤੇ ਨਾਲ ਭਾਈ ਗੌਹਰ ਨੇ ਕਹਿਤਾ ਕਿ ਜ਼ਿੰਦਗੀ 'ਚ ਕਦੀ ਇੱਦਾਂ ਹੋਇਆ ਨਹੀਂ ਕਿ ਚੂਜ਼ਾ ਦੇਣ ਗਏ ਹੋਈਏ ਅਤੇ ਗੱਡੀ ਖਰਾਬ ਹੋਈ, ਪਿੱਛੋਂ ਗੱਡੀ ਮੰਗਵਾਉਣੀ ਪਵੇ। ਅਤੇ ਪਹਿਲੀ ਦਫਾ ਇਹ ਵਾਕਿਆ ਆ ਵਾ ਕਿ ਗੱਡੀ ਮੰਗਵਾਉਣੇ ਪੈ ਗਈ ਆ। ਅਤੇ ਮੈਨੂੰ ਕਹਿੰਦਾ ਭਾਈ ਤੇਰੀ ਵਜ੍ਹਾ ਨਾਲ ਇੱਦਾਂ ਹੋਇਆ ਵਾ ਕਿ ਤੂੰ ਵੀ ਕਹਿੰਦਾ ਫੇਰਾ ਲਓ। ਅੱਛਾ ਜੀ, ਉਹ ਵਕਤ ਲੰਘਿਆ, ਔਖੇ ਸੌਖੇ ਫੇਰਾ ਉਹ ਨਾ ਹੋਏ, ਕਿਉਂਕਿ ਡਬਲ ਗੱਡੀ ਦਾ ਕਿਰਾਇਆ ਪੈ ਗਿਆ। ਬੱਚਤ ਉਹ 'ਚੋਂ ਕੀ ਹੋਣੀ ਸੀ, ਕੁਛ ਵੀ ਨਹੀਂ। ਇੱਕ ਗੱਡੀ ਗਈ, ਉਹ ਖਰਾਬ ਹੋ ਗਈ, ਉੱਤੇ ਵੀ ਲੱਗੇ। ਮੁੜ ਕੇ ਦੂਸਰੀ ਪਿੱਛੋਂ ਮੰਗਾਈ, ਉਹ ਵੀ ਆਪਣੀ, ਉਹਦਾ ਵੀ ਖਰਚਾ ਡਬਲ ਟ੍ਰਿਪਲ ਪੈ ਗਿਆ। ਵਕਤ ਲੰਘ ਗਿਆ, 2-4 ਦਿਨ ਬਾਅਦ ਫਿਰ ਉਸ ਹੈਚਰੀ ਵਾਲਾ ਦਾ ਫੋਨ ਆ ਗਿਆ ਕਿ ਫੇਰਾ। ਫਿਰ 2-4 ਦਿਨ ਲੰਘੇ, ਫਿਰ ਫੇਰਾ। ਫਿਰ ਮੈਂ ਭਾਈ ਨੂੰ ਕਿਹਾ, ਮੈਂ ਕਿਹਾ ਭਾਈ ਜੀ ਉਸ ਦਿਨ ਉਹਨੂੰ ਕੋਈ ਬੰਦਾ ਲੱਭਿਆ ਨਹੀਂ ਸੀ ਹੈ ਫੇਰਾ ਲਾਉਣ ਵਾਸਤੇ, ਯਾਨੀ ਕਿ ਉਹਦੇ ਆਪਣੇ ਬੰਦਿਆਂ ਨੇ ਜਵਾਬ ਦੇ ਦਿੱਤਾ ਸੀ ਕਿ ਈਦ ਦਾ ਦਿਨ ਕਰਕੇ ਅਸੀਂ ਲਾਇਆ, ਤਾਂ ਹੁਣ ਸਾਨੂੰ ਉਹ ਖੁਦ ਬੁਲਾ ਰਿਹਾ ਨਾ ਬੰਦਾ। ਉਹ ਬਾਕੀ ਇਹ ਹੁੰਦਾ ਵਾ, ਮਹੀਨੇ 2-4 ਮਹੀਨੇ ਯਾਦ ਰੱਖਦਾ ਕੋਈ ਬੰਦਾ ਵੀ ਹੁੰਦਾ। ਉਹਨੇ 2-4 ਮਹੀਨੇ ਇਹ ਆ ਕਿ ਫੇਰੇ ਫਿਰ ਸਾਨੂੰ ਬਿਹਤਰੀਨ ਕਿਸਮ ਦੇ ਦਿੱਤੇ, ਕਿਉਂਕਿ ਉਹਨੇ ਫਿਰ ਆਪਣਿਆਂ 'ਤੇ ਗੁੱਸਾ ਸੀ, ਸਾਡੇ 'ਤੇ ਉਹਨੂੰ ਇਹ ਖੁਸ਼ੀ ਸੀ ਕਿ ਫੇਰਾ ਛੱਡ ਕੇ ਆਏ ਆ, ਦੇ ਕੇ ਆਏ ਆ, ਉਹ ਚੀਜ਼ਾਂ ਸਾਰਾ ਸਪਲਾਈ ਕਰਕੇ ਆਏ ਆ। ਇਸ ਵਾਸਤੇ ਉਹ ਕਿਸੇ ਟਾਈਮ ਮੁਸ਼ਕਿਲ 'ਚ ਬੰਦਾ ਫਿਰ ਇਹ ਨਾ ਸਮਝੋ ਕਿ ਉਹ ਯਾਰ ਸਾਡੇ ਕੰਮ ਨਹੀਂ ਆਇਆ ਅਤੇ ਅਸੀਂ ਵੀ ਉਹਦੇ ਕੰਮ ਨਹੀਂ ਆਉਣਾ। ਕੰਮ ਆਓ ਤਾਂ ਕਿ ਉਹਨੂੰ ਪਤਾ ਲੱਗੇ ਕਿ ਜਿੱਥੇ ਮੇਰੇ ਦਾ ਸਾਥ ਛੱਡ ਦਿੱਤਾ, ਦੂਸਰੇ ਨੇ ਮੇਰਾ ਸਾਥ ਲਾਜ਼ਮੀ ਦਿੱਤਾ। ਬਾਕੀ ਦੁਆਵਾਂ ਯਾਦ ਰੱਖਿਓ। ਬੜੀ ਮਿਹਰਬਾਨੀ। ਅੱਲਾ ਹਾਫਿਜ਼।